जी नाज़रीन, इस टाइम हमारे साथ मौजूद है एक दुखियारी माँ जो जिसका ताल्लुक 225 आरबे चक मलखावाला से है और इनका नाम सलमा बीबी है और उनका बेटा ना सिर्फ कत्ल हुआ है बल्कि टुकड़े-टुकड़े करके जो दुश्मनों ने उनको दिया और वो दुश्मन भी अपने ही लोग थे, अपना खून था और खून किस तरह सफ़ेद हुआ है और क्या मामलात है। आइए इनसे बातचीत करते हैं और इनसे पूछते हैं कि ये वाक़या, ये हादसा किस तरह इनके साथ पेश आया? जी, अस्सलाम वालेकुम। वालेकुम सलाम। हाँ जी। जी, ਦੱਸੋਗੇ ਜ਼ਰਾ ਤੁਹਾਡੇ ਨਾਲ ਕਿਸ ਤਰ੍ਹਾਂ ਇਹ ਸਾਰਾ ਵਾक़या ਪੇਸ਼ ਆਇਆ? ਹਾਂਜੀ, ਮੇਰਾ ਬੇਟਾ 10-12 ਸਾਲ ਤੋਂ ਇਹਨਾਂ ਦੇ ਕੋਲ ਰਹਿ ਰਿਹਾ ਸੀ, ਕਨਾਲ ਵਿਊ ਦੇ ਵਿੱਚ। ਇਹਨਾਂ ਨੇ ਮੇਰੇ ਬੇਟੇ ਨਾਲ ਇੱਥੇ ਹੀ ਕਾਰੋਬਾਰ ਕਰਦਾ ਸੀ, ਇਹਨਾਂ ਦੇ ਕੋਲ ਹੀ, ਫੁੱਫੋ ਸੱਕੀ ਦੇ ਕੋਲ ਰਹਿੰਦਾ ਸੀ। ਉਹਦੇ ਬੇਟਿਆਂ ਨੇ, ਉਹਦੇ ਮੀਆਂ ਨੇ ਮੇਰੇ ਬੱਚੇ ਨੂੰ ਪੈਸਿਆਂ ਦੀ ਲੈਣ-ਦੇਣ ਦੀ ਵਜ੍ਹਾ ਤੋਂ ਮੇਰੇ ਬੇਟੇ ਨੂੰ ਕਤਲ ਕਰ ਦਿੱਤਾ। ਕਤਲ ਕਰ ਦਿੱਤਾ, ਸਾਨੂੰ ਨਹੀਂ ਪਤਾ ਲੱਗਾ। ਮੈਂ ਆਈ ਹਾਂ, ਮੈਂ ਇਹਦੇ ਫੁੱਫਾ ਨੂੰ ਪੁੱਛਿਆ, ਉਹਨੇ ਮੈਨੂੰ ਇਹ ਗੱਲ ਆਖੀ ਏ ਕਿ ਉਹ ਮੈਂ ਕਿਸੇ ਕੰਮ ਭੇਜਿਆ ਤੇ ਆ ਜਾਂਦਾ ਏ। ਮੈਂ ਚਲੀ ਗਈ ਹਾਂ। 2 ਦਿਨ ਬਾਅਦ ਫ਼ੋਨ ਕੀਤਾ ਤੇ ਫ਼ੋਨ ਉਹਦਾ ਬੰਦ ਗਿਆ। ਮੈਂ ਆਈ ਹਾਂ, ਮੈਂ ਆ ਕੇ ਪਤਾ ਕੀਤਾ, ਮੈਨੂੰ ਨਹੀਂ ਲੱਭਾ। ਮੈਂ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਆਖਿਆ ਜੀ ਪਤਾ ਨਹੀਂ ਉਹ ਗੱਡੀ ਲੈ ਕੇ ਚਲਾ ਗਿਆ, ਸਾਨੂੰ ਨਹੀਂ ਪਤਾ ਕਿੱਥੇ ਚਲਾ ਗਿਆ। ਇਹਦੀ ਫੁੱਫੀ ਦੇ ਬਿਆਨ ਨੇ ਘਰ ਦੇ ਵਿੱਚ, ਫੁੱਫਾ ਨਹੀਂ ਮੈਨੂੰ ਮਿਲਿਆ। ਉਹਨੇ ਆਖਿਆ ਜੀ ਉਹ ਗੱਡੀ ਲੈ ਕੇ ਚਲਾ ਗਿਆ, ਸਾਨੂੰ ਨਹੀਂ ਪਤਾ ਕਿੱਥੇ ਚਲਾ ਗਿਆ ਤੇ ਫ਼ੋਨ ਕਰਕੇ ਪਤਾ ਕਰ ਲਓ। ਮੈਂ ਆਖਿਆ ਉਹਦਾ ਨੰਬਰ ਬੰਦ ਜਾ ਰਿਹਾ। ਉਹਦੇ ਦੋਸਤਾਂ ਨੂੰ ਇਤਲਾਹ ਦਿੱਤੀ, ਉਹ ਆਏ ਨੇ, ਰਾਤ ਰਹੇ ਨੇ, ਉਹ ਪੁੱਛਦੇ ਰਹੇ ਨੇ ਕਿ ਮੁੰਡਾ ਕਿੱਥੇ ਹੈ, ਵਕਾਰ ਕਿੱਥੇ ਹੈ, ਵਕਾਰ ਕਿੱਥੇ ਹੈ। ਇਹਨੇ ਆਖਿਆ ਜੀ ਸਾਨੂੰ ਨਹੀਂ ਪਤਾ। ਇਹਨੇ ਘਰੋਂ ਆਪਣੇ ਬੱਚੇ, ਆਪਣੀ ਬੇਟੀਆਂ, ਨੂੰਹਾਂ ਸਭ ਘਰੋਂ ਇਹਨੇ ਕੱਲ ਛੜੇ ਸੀ। ਕੋਈ ਬੰਦਾ ਘਰ ਨਹੀਂ ਸੀ, ਇਹ 2 ਜਣੀਆਂ ਘਰ ਸਨ, ਮਾਵਾਂ ਧੀਆਂ। ਉਹਨਾਂ ਨੇ ਪੁੱਛਦੇ ਰਹੇ ਨੇ, ਇਹਨਾਂ ਨੇ ਨਹੀਂ ਲੱਭਿਆ। ਉਹਨਾਂ ਨੇ ਮੈਨੂੰ ਜਾ ਕੇ ਆਖਿਆ ਕਿ ਮਾਂ ਜੀ ਉਹ ਫ਼ੋਨ ਵੀ ਬੰਦ ਏ ਤੇ ਉਹ ਨਹੀਂ ਲੱਭਦਾ। ਅਸੀਂ ਆਏ ਹਾਂ, ਅਸੀਂ ਪੁੱਛਿਆ, ਉਹਨੇ ਨਹੀਂ ਸਾਨੂੰ ਦੱਸਿਆ। ਉਹਨੇ ਆਖਿਆ ਮੈਨੂੰ ਨਹੀਂ ਪਤਾ, ਉਹ 8 ਵਜੇ ਤੱਕ ਗੱਡੀ ਲੈ ਕੇ ਚਲਾ ਗਿਆ। ਪਤਾ ਨਹੀਂ ਸਾਨੂੰ ਨੰਬਰ ਬੰਦ ਏ ਕਿ ਕੀ ਹੈ ਕੀ ਨਹੀਂ। ਅਸੀਂ ਸਾਰਾ ਦਿਨ ਲੱਭ ਕੇ ਥੱਕ ਗਏ ਹਾਂ, ਸਾਨੂੰ ਨਹੀਂ ਲੱਭਾ ਜੀ। ਅਸੀਂ ਰੋਸ਼ਨ ਵਾਲੇ ਥਾਣੇ ਗਏ ਹਾਂ। ਉੱਥੇ ਜਾ ਕੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡਾ ਬੇਟਾ ਨਹੀਂ ਲੱਭ ਰਿਹਾ। ਗੁੰਮਸ਼ੁਦਗੀ ਦਾ ਉਹਨਾਂ ਨੇ ਦਰਖਾਸਤ ਲਿਖ ਦਿੱਤੀ ਏ। ਅਸੀਂ ਬੱਚਾ ਲੱਭਣ ਡੈ ਪਏ ਹਾਂ। ਰਾਤ ਪਈ ਏ, ਪੁਲਿਸ ਆਈ ਏ, ਉਹਦੀ ਫੁੱਫੀ ਨੂੰ ਫੜ ਕੇ ਲੈ ਗਈ। ਉਹਨਾਂ ਆਖਿਆ ਜੀ ਇਹ ਪੇਸ਼ ਕਰਾਏਗੀ ਬੰਦੇ, ਇਹ ਦੱਸੇਗੀ ਕਿੱਥੇ ਹੈ। ਉਹਨਾਂ ਨੇ ਤਲਾਸ਼ੀ ਲਈ ਹੈ ਜੀ, ਉਹਦੇ ਘਰੋਂ ਨਸ਼ਾ ਨਿਕਲਿਆ, ਪਾਊਡਰ ਨਿਕਲਿਆ, ਚਰਸ ਨਿਕਲੀ ਏ, ਫੀਮ ਨਿਕਲੀ, ਬੜਾ ਕੁਛ। ਜਿਹੜਾ ਤਫਸ਼ੀਸ਼ੀ ਜਾਫਰ ਏ ਉਹਨੇ ਕੱਢ ਕੇ ਖੜੀ ਏ। ਇਹਨੂੰ ਨਾਲ ਲਿਆ ਕੇ ਉਹਦੀ ਫੁੱਫੀ ਨੂੰ ਲੈ ਗਏ ਨੇ। ਉਹਨਾਂ ਆਖਿਆ ਬਾਜੀ ਤੂੰ ਤਾਂ ਟੈਨਸ਼ਨ ਨਾ ਲੈ, ਤੇਰਾ ਬੇਟਾ ਲੱਭ ਜਾਏਗਾ। ਅਸੀਂ ਇਸ ਦੌਰਾਨ ਵਿੱਚ ਲੱਭ ਕੇ ਥੱਕ ਗਏ ਹਾਂ। ਸਾਡੇ ਨਾਲ ਪੁਲਿਸ ਨੇ ਹੈਲਪ ਨਹੀਂ ਕੀਤੀ। ਇਹ ਹੀ ਆਖਿਆ ਲੱਭ ਜਾਏਗਾ ਜੀ, ਛਾਪੇ ਮਰਵਾਓ। ਅਸੀਂ ਇਹਨਾਂ ਨੂੰ ਮੁਜਰਮ ਫੜ ਕੇ, ਮੈਂ ਕਿਹਾ ਖਾਸ ਘਰ ਦੀ ਬੁੱਢੀ ਮੈਂ ਤੁਹਾਨੂੰ ਦਿੱਤੀ ਏ, ਇਹਦੇ ਨਾਲ ਫੜੋ ਉਹਨਾਂ ਦੇ ਮੁਜਰਮ ਜਿੱਥੇ ਕਿਧਰੇ ਹੈ ਨੇ। ਮੈਨੂੰ ਤਾਂ ਕੋਈ ਪਤਾ ਨਾ ਹੋਇਆ, ਹੁਣ ਤੂੰ ਇਹਨੂੰ ਫੜੋ, ਮੈਂ ਤੁਹਾਨੂੰ ਬੰਦਾ ਦੇ ਦਿੱਤਾ ਹੈ। ਇਹਨਾਂ ਨੇ ਨਹੀਂ ਫੜੇ। ਮੁੜ ਕੇ ਜਾ 8ਵਾਂ ਦਿਨ ਮੈਨੂੰ ਲੱਭਦੀ ਨੂੰ ਹੋ ਗਿਆ ਏ, ਮੈਨੂੰ ਬੱਚਾ ਮੇਰਾ ਨਹੀਂ ਲੱਭਿਆ। ਹਾਰ ਕੇ ਮੈਂ ਉਸ ਦੌਰਾਨ 8ਵੇਂ ਦਿਨ ਕੁੱਤੇ ਛੱਡ ਕੇ ਤੇ ਆਪਣਾ ਬੱਚਾ ਲੱਭਿਆ। 9ਵੀਂ ਰਾਤ ਆ ਗਈ ਏ, 9ਵੀਂ ਰਾਤ ਨੂੰ ਮੇਰਾ ਬੱਚਾ ਮੈਨੂੰ ਮਿਲ ਗਿਆ। ਅਸੀਂ ਲਾਸ਼ ਲੈ ਕੇ ਆਪਣੇ ਘਰ ਚਲੇ ਗਏ ਹਾਂ, ਰੋਂਦੇ ਪਿੱਟਦੇ। ਇਹ ਆਏ ਨੇ, ਪੁਲਿਸ ਵਾਲੇ ਨਾਲ ਸੱਦੇ ਨੇ। ਮੈਂ ਆਪਣੇ ਦਾਦੇ ਲਿਆਕਤ ਕੋਲ ਗਈ ਹਾਂ, ਆਪਣੇ ਸਹੁਰੇ ਕੋਲ, ਨਾਗਾਂ 'ਚ, ਸੇਮੇ ਨਾਗਾਂ 'ਚ। ਇਹ ਜ਼ਰਾ ਦੱਸਿਓ ਕਿ ਜਦੋਂ ਲਾਸ਼ ਨੂੰ ਤੁਸੀਂ ਦੇਖਿਆ ਕਿਸ ਤਰ੍ਹਾਂ ਪਹਿਚਾਨਿਆ ਕਿ ਤੁਸੀਂ ਉਹ ਇਹਦੀ ਦੇਖਿਆ ਜਿਹੜੀ ਵੀ ਆ ਸੀ ਨਾ, ਤਸਵੀਰ? ਬਾਜ਼ੂ ਦੇ ਉੱਤੇ ਜਿਹੜੀ ਚਿੱਟ ਦਰਜੀ ਦੀ ਲੱਗੀ ਹੁੰਦੀ ਏ, ਉਹ ਚਿੱਟ ਵਿੱਚ ਤਸਵੀਰ ਦੇ ਆਈ ਏ। ਉਹ ਚਿੱਟ ਜਿਹੜੀ ਉਹ ਵੇਖੀ ਏ, ਉਹਨਾਂ ਨੇ ਤਸਵੀਰ ਫੌਰੀ ਤੌਰ ਹੀ ਉੱਥੇ ਘੱਲੀ ਏ ਦਰਜੀ ਨੂੰ। ਉਹਨੇ ਆਖਿਆ ਇਹ ਹੀ ਮੇਰੇ ਬੇਟੇ ਨੇ ਜਿਹੜਾ ਸੂਟ ਗਲ ਪਾਇਆ ਸੀ। ਉਹ ਮੁੜ ਕੇ ਮੈਂ ਆਪਣੇ ਸਹੁਰੇ ਕੋਲ ਗਈ ਹਾਂ। ਉਹਨੇ ਮੈਨੂੰ ਆਖਿਆ ਬੱਚਿਆ ਲੱਭ ਜਾਏਗਾ, ਇਹਨਾਂ ਪੁੱਤਰ ਤੇਰਾ ਮਾਰ ਛੜਿਆ ਏ। ਚਲੋ ਜੀ, ਉੱਥੇ ਗਏ ਨੇ, ਤਫਸ਼ੀਸ਼ੀ ਜਾਫਰ ਗਿਆ ਨਾਲ, SHO ਗਿਆ। ਇਹਨਾਂ ਨੇ ਜਾ ਕੇ ਵੇਖਿਆ ਵੂਖਿਆ, ਇਹਨਾਂ ਉੱਥੋਂ ਚੁੱਕਿਆ, ਦਜਕੋਟ ਇਹਨਾਂ ਧਰ ਦਿੱਤਾ, ਉੱਥੇ ਥਾਣੇ ਹਸਪਤਾਲ ਧਰ ਦਿੱਤਾ। ਸਵੇਰੇ ਅਸੀਂ ਲਾਸ਼ ਲੈ ਕੇ ਆਪਣੇ ਘਰ ਚਲੇ ਗਏ ਹਾਂ। ਅਸੀਂ ਮੁੜ ਕੇ ਨਹੀਂ ਇਹਨਾਂ ਨੂੰ ਪੁੱਛਿਆ। ਮੈਂ ਥਾਣੇ ਭੱਜ ਕੇ ਰੁਲ ਕੇ ਮਰ ਗਈਆਂ। ਉਹਦੇ ਦੋਸਤ ਨੇ, ਮੇਰੇ ਬੇਟੇ ਨੇ, ਮੇਰੇ ਬੱਚੇ ਨੇ, ਉਹ ਮੇਰੇ ਨਾਲ ਟੁਰਦੇ ਨੇ। ਉਹ ਯਾਰ ਦੋਸਤ ਨੇ, ਉਹਨਾਂ ਨੂੰ ਕਹਾਣੀ ਦਾ ਵੀ ਪਤਾ ਸੀ ਕਿ ਬਈ ਇਹਦਾ ਕੋਈ ਪੈਸੇ ਦਾ ਲੈਣ ਦੇਣ ਸੀ, ਇਹਨਾਂ ਦੇ ਕੋਲੋਂ ਕਮਾਉਂਦਾ ਸੀ, ਰੱਖਦਾ ਸੀ, ਉਹਦੀ ਪ੍ਰਾਪਰਟੀ ਸੀ। ਉਹਨਾਂ ਨੂੰ ਪਰਚਾ ਕਰਾ ਦਿੰਦੇ ਨੇ। ਮੈਂ ਮੁਲਾਕਾਤ ਤੇ ਆਉਂਦੀ ਹਾਂ, ਤਰੀਕ ਤੇ ਇੱਥੇ ਇਹਨਾਂ ਦੇ ਨਾਲ ਆਉਂਦੀ ਹਾਂ ਤੇ ਮੈਨੂੰ ਮੇਰੀ ਹੱਥੀ ਪੈਂਦੇ ਨੇ। ਮੇਰੀ ਬੇਟੀ ਆਉਂਦੀ ਹੈ, ਉਹਨੂੰ ਚਪੇੜਾ ਮਾਰਦੇ ਨੇ, ਉਹਦੀ ਹੱਥੀ ਵੱਖੀ ਪੈਂਦੇ ਨੇ, ਬੜਾ ਕੁਛ ਕਰਦੇ ਨੇ। ਜੇ ਮੈਂ ਉਹਨਾਂ ਨੂੰ ਆਖਿਆ ਤਾਂ ਉਹਨਾਂ ਆਖਿਆ ਉਹ ਮੇਰੇ ਨਾਲ ਆਉਂਦੇ ਨੇ ਤੇ ਉਹਨਾਂ ਤੇ ਕੋਈ ਨਾ ਕੋਈ ਦਰਖਾਸਤ ਦੇ ਦਿੰਦੇ ਨੇ, ਕੋਈ ਨਾ ਕੋਈ ਪਰਚਾ ਕਰਾ ਦਿੰਦੇ ਨੇ ਤੇ ਉਹਨਾਂ ਨੂੰ ਆਖ ਦਿੰਦੇ ਨੇ ਕਿ ਜੀ ਇਹਨਾਂ ਸਾਡਾ ਆਹ ਕਰ ਲਿਆ, ਜੀ ਸਾਡਾ ਆਹ ਕਰ ਲਿਆ। ਹੁਣ ਉਹ ਮੇਰੇ ਨਾਲ ਆਏ ਨੇ ਤੇ ਇਹਨਾਂ ਨੇ ਉਹਨਾਂ ਤੇ ਚੋਰੀ ਦਾ ਪਰਚਾ ਕਰਾ ਦਿੱਤਾ। ਇਹ ਬੇਗੁਨਾਹ ਨੇ, ਉਹਨਾਂ ਨੂੰ ਉਹਨਾਂ ਕਿਸੇ ਦਾ ਕੋਈ ਚੋਰੀ ਨਹੀਂ ਕੀਤੀ। ਸਿਰਫ ਉਹ ਮੇਰੇ ਨਾਲ ਇਹ ਸਾਥ ਦਿੰਦੇ ਨੇ ਕਿ ਮੇਰੇ ਬੱਚੇ ਦਾ ਸਾਥ ਦਿੰਦੇ ਨੇ ਕਿ ਉਹ ਬੇਗੁਨਾਹ ਮਾਰਿਆ ਗਿਆ। ਇਹ ਥਾਣੇ ਦੇ ਵਿੱਚ ਜਿਹੜਾ ਫਰੀਦ ਏ ਉਹ ਵੀ ਮੰਨਿਆ ਏ ਕਿ ਕਤਲ ਕੀਤਾ ਏ। ਉਹਦਾ ਜਿਹੜਾ ਮੁੰਡਾ ਏ, ਜਿਹੜਾ ਇਹ ਉਤਰਾ ਮਾਰਾ ਕੀ ਇਹਦਾ ਨਾਂ ਹੈ, ਫੈਸਲ, ਉਹ ਵੀ ਮੰਨਿਆ ਏ। ਜੋਗੀ ਨੂੰ ਵੀ ਪਤਾ ਹੈ। ਇਹਨਾਂ ਨੇ ਸਾਰਿਆਂ ਨੇ ਮੇਨ ਮਕਸਦ ਰਲ ਕੇ ਸਭ ਕੁਝ ਕਰਕੇ, ਪ੍ਰੋਪੋਗੈਂਡਾ ਕਰਕੇ ਇਹਨਾਂ ਨੇ ਮੇਰਾ ਬੱਚਾ ਮਾਰਿਆ ਹੈ।
ਤੇ ਹੁਣ ਜਿਹੜੇ ਮੇਰੇ ਨਾਮਜ਼ਦ ਮੁਜਰਮ ਨੇ ਉਹ ਸਾਰੇ ਜਿਹੜੇ 3 ਮੁਜਰਮ ਨੇ ਬਾਹਰ ਫਿਰਦੇ ਨੇ ਪਏ। ਜਿਹੜੇ ਨਸ਼ਈ ਨੇ ਉਹ ਫੜੇ ਨੇ ਤੇ ਇਹ ਸਭ ਕੁਝ ਉਹਨਾਂ ਤੇ ਪਾਉਂਦੇ ਨੇ ਪਏ ਕਿ ਨਸ਼ਈ ਤੇ ਪਾ ਦਿਓ, ਇਹ ਤੇ ਹੋਰ 3 ਸਾਲ ਜੀਵੇਗਾ ਤਾਂ ਮਰ ਜਾਏਗਾ। ਤੇ ਜਿਹੜੇ ਖਾਸ ਨੇ ਉਹ ਬਾਹਰ ਫਿਰਦੇ ਨੇ, ਸਰੇਆਮ ਥਾਣੇ ਦੇ ਵਿੱਚ ਫਿਰਨ ਡਏ ਨੇ। ਮੇਰੀ ਕੋਈ ਥਾਣੇ ਵਾਲਾ ਨਹੀਂ ਸੁਣਦਾ। ਜਦੋਂ ਮੈਂ ਜਾਨੀ ਆ ਮੈਨੂੰ ਝਿੜਕਾਂ ਮਾਰਦੇ ਨੇ, ਆ ਨਹੀਂ ਹੋਇਆ, ਆ ਨਹੀਂ ਹੋਇਆ। ਜੇ ਮੈਂ ਨਾ ਜਾਵਾਂ ਵੀ ਮੈਨੂੰ ਖਤਰਾ ਹੈ ਇਹਨਾਂ ਕੋਲੋਂ, ਤੇ ਉਦੋਂ ਆਖ ਦਿੰਦੇ ਜੀ ਗੈਰ ਹਾਜ਼ਰ ਹੋ ਗਈ, ਇਹ ਆਈ ਨਹੀਂ। ਜਦੋਂ ਮੇਰੇ ਕੋਲ ਮੇਰੇ ਨਾਲ ਮੇਰਾ ਬੰਦਾ ਹੀ ਕੋਈ ਨਹੀਂ ਜਾਣ ਦਿੰਦੇ ਤੇ ਮੈਂ ਗੈਰ ਹਾਜ਼ਰ ਤੇ ਹੋਣਾ ਹੈ ਨਾ। ਬੰਦਾ ਕੋਈ ਨਹੀਂ ਜਾਣ ਦਿੰਦੇ, ਬੰਦੇ ਦੇ ਉੱਤੇ ਕੋਈ ਨਾ ਕੋਈ ਤੋਮਤ ਲਾ ਦਿੰਦੇ ਨੇ, ਬੰਦੇ ਤੇ ਕੋਈ ਨਾ ਕੋਈ ਦਰਖਾਸਤ ਦੇ ਦਿੰਦੇ ਨੇ, ਬੰਦੇ ਤੇ ਕੋਈ ਨਾ ਕੋਈ ਪਰਚਾ ਦੇ ਦਿੰਦੇ ਨੇ ਤੇ ਆਖ ਦਿੰਦੇ ਨੇ ਜੀ ਇਹਨਾਂ ਨੇ ਸਾਡਾ ਆ ਕੀਤਾ ਹੈ। ਆ ਮੇਰਾ ਮਾਮਲਾ ਹੋਇਆ ਤੇ ਆ ਜੋ ਕੁਛ ਮੇਰੇ ਬੱਚੇ ਦਾ ਮੈਨੂੰ ਲੱਭਿਆ ਉਹ ਤਸਵੀਰਾਂ ਤੁਹਾਡੇ ਕੋਲ ਨੇ। ਅੱਜ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਪਿਆ। 7 ਮਾਹ ਹੋ ਗਏ ਨੇ, 8ਵਾਂ ਮਾਹ ਚੜ ਪਿਆ ਮੇਰੇ ਬੱਚੇ ਨੂੰ। ਤੇ ਤੁਸੀਂ ਕੀ ਸਮਝਦੇ ਨੇ ਕਿ ਉਹਨਾਂ ਦੇ ਘਰ ਚੋਂ ਕਿਹੜਾ ਫਰਦ ਜਿਹਨੂੰ ਤੁਸੀਂ ਜਿਹੜਾ ਨਾ ਉਹ ਨਾਮਜ਼ਦ ਕਰਨਾ ਚਾਹੁੰਦੇ, ਕਿਹੜਾ ਉਹਦੇ ਬੰਦਾ? ਘਰ ਦੇ ਵਿੱਚ ਜਿਹੜਾ ਗੁਲਾਮ ਫਰੀਦ ਹੈ ਨਾ, ਇਹ ਨਾਮਜ਼ਦ ਹੈ। ਇਹ ਫਰਦ ਮੇਰਾ ਬੱਚਾ ਮਾਰਨ ਵਾਲਾ ਹੈ, ਮਰਵਾਉਣ ਵਾਲਾ ਹੈ। ਇਹ ਨਾਮਜ਼ਦ ਮੁੰਜਰਮ ਵੀ ਮੇਰਾ ਇਹ ਹੈ। ਨਾਲ ਉਹਦੇ 2 ਬੇਟੇ ਨੇ, ਇੱਕ ਜੋਗੀ ਹੈ, ਇੱਕ ਗੁੱਲੂ ਹੈ। ਇਹਨਾਂ 3 ਜਣਿਆਂ ਨੇ ਮੇਰਾ ਬੇਟਾ ਮਾਰਿਆ, ਹੋਰ ਕਿਸੇ ਬੰਦੇ ਨੇ ਨਹੀਂ ਮਾਰਿਆ। ਇਹਨਾਂ ਨੇ ਆਪਣੇ ਘਰ ਦੇ ਵਿੱਚ, ਮੌਜੂਦਾ ਘਰ ਦੇ ਵਿੱਚ ਮਾਰਿਆ। ਇਹ ਫਰੀਦ ਦੇ ਮੂੰਹ ਦੀ ਗੱਲ ਹੈ ਕਿ ਉਹਨੇ ਥਾਣੇ ਜਦੋਂ ਸਾਡੀ ਇਨਕੁਆਰੀ ਬੈਠੀ ਹੈ ਤਾਂ ਉਹਨੇ ਇਹ ਗੱਲ ਆਖੀ ਹੈ ਕਿ ਜੀ ਮੈਂ ਜਦੋਂ ਗਿਆ ਵਾਂ ਤੇ ਮੈਂ ਦਰਵਾਜ਼ੇ, ਮੈਨੂੰ ਫੈਰ ਦਾ ਆਵਾਜ਼ ਆਇਆ ਤੇ ਮੈਂ ਬਾਹਰ ਖਲੋਤਾ ਸਾਂ, ਮੈਨੂੰ ਫੈਰ ਦਾ ਆਵਾਜ਼ ਆਇਆ ਤੇ ਮੈਂ ਭੱਜਿਆ ਵਾਂ ਤੇ ਇਹਨਾਂ ਨੇ ਜੀ ਤਾਲਾ ਮਾਰਿਆ ਸੀ ਅੰਦਰੋਂ ਤੇ ਇਹਨਾਂ ਨੇ ਅੰਦਰ ਜਦੋਂ ਮੈਂ ਗਿਆ ਵਾਂ ਤੇ ਇਹਨਾਂ ਨੇ ਖਤਮ ਕਰ ਦਿੱਤਾ ਸੀ। ਤੇ ਤੁਸੀਂ ਕਿੱਥੇ-ਕਿੱਥੇ ਗਏ ਹੋ? ਸੀਪੀਓ, ਆਰਪੀਓ ਦੱਸ ਰਹੇ ਕਿ ਕਿਹੜੀ-ਕਿਹੜੀ ਜਗ੍ਹਾ ਤੇ ਤੁਸੀਂ ਗਏ ਤੇ ਤੁਹਾਡੀ ਜਿਹੜੀ ਹੈ ਨਾ ਉੱਥੇ ਸੁਣਵਾਈ ਨਹੀਂ ਹੋਈ? ਮੈਂ ਜ਼ਰਾ ਉਹਨਾਂ ਸੀਪੀਓ ਦਾ। ਦੇ ਸਾਥ ਜੀ ਪੇਸ਼ ਹੋਈ ਆ। ਮੈਂ ਸੀਪੀਓ ਦੇ ਪੇਸ਼ ਹੋਈ ਆ 2 ਵਾਰੀ, 3 ਵਾਰੀ। ਮੈਨੂੰ ਜਾਫਰ ਵੀ ਪੇਸ਼ ਕਰਾਂਦਾ ਰਿਹਾ, ਹੁਣ ਮੈਨੂੰ ਸਾਹਿਬ ਵੀ ਪੇਸ਼ ਕਰਾਇਆ। ਆ ਸਾਰੀਆਂ ਉਹਨਾਂ ਦੀਆਂ ਤਸਵੀਰਾਂ ਨੇ। ਜਿੱਥੇ ਜਿੱਥੇ ਇਹਨਾਂ ਮੈਨੂੰ ਪੇਸ਼ ਕਰਾਇਆ ਮੇਰੀ ਕੋਈ ਸੁਣਵਾਈ ਨਹੀਂ ਹੋਈ। ਮੈਂ ਆਰਪੀਓ ਦੇ ਵੀ ਪੇਸ਼ ਹੋਈ ਆ, ਮੈਂ ਸੀਪੀਓ ਦੇ ਵੀ 2 ਵਾਰੀ ਪੇਸ਼ ਹੋਈ ਆ। ਆ ਕੁਛ ਮੈਨੂੰ ਦੇ ਕੇ ਟੋਰ ਦਿੰਦੇ ਨੇ, ਕੁਛ ਵੀ ਨਹੀਂ ਬਣਾਉਂਦੇ ਮੇਰਾ, ਕੁਛ ਵੀ ਨਹੀਂ ਕਰਦੇ। ਇਹ ਆਂਦੇ ਨੇ ਬਸ ਹੋ ਜਾਏਗਾ, ਬਸ ਜੀ ਹੋ ਜਾਏਗਾ, ਉਹ ਚੱਲਿਆ ਹੋ ਜਾਏਗਾ। ਉਹ ਬਸ ਬਾਹਰ ਫਿਰਦੇ ਨੇ ਪਏ। ਹੁਣ ਉਹਨਾਂ ਮੇਰੇ ਜਿਹੜੇ ਬੇਟੇ ਮੇਰੇ ਨਾਲ ਟੁਰੇ ਸਨ, ਉਹਨਾਂ ਦੇ ਉੱਤੇ ਚੋਰੀ ਦਾ ਪਰਚਾ ਕਰਾਤਾ ਜੀ। ਸਾਡੇ ਤਾਲੇ ਭੰਨ ਕੇ ਸਾਡਾ ਸਮਾਨ ਕੱਢ ਕੇ ਲੈ ਗਏ ਨੇ ਤੇ ਉਹ ਬੇਗਨਾ ਨੇ ਆਉਂਦੇ ਨੇ ਜੀ ਸਮਾਨ ਕੱਢ ਕੇ ਲੈ ਗਏ ਨੇ ਤੇ ਸਾਡਾ ਇਹ ਸਮਾਨ ਦੇਣ। ਉਹਨਾਂ ਦੇ ਉੱਤੇ ਲੱਖਾਂ ਦਾ ਸਮਾਨ ਲਿਖਾ ਕੇ ਪਰਚਾ ਕਰਾ ਦਿੱਤਾ ਹੈ। ਅਗੋਂ 19 ਤਰੀਕ ਆਉਂਦੀ ਹੈ, 19 ਤਰੀਕ ਤੋਂ ਪਹਿਲੋਂ ਪਰਚਾ ਕਰਾਉਂਦੇ, ਦਰਖਾਸਤ ਦੇਤੀ है जी साडा ये सामान कट के लै गए। ये थे जी सलमा बीबी जिन्होंने तफ़सील से बताया है कि एक तो उनके साथ ये वाक़या पेश आया, उसके बेटे को कत्ल कर दिया गया। दूसरा जो नामज़द लोग हैं उनको अरेस्ट नहीं किया जा रहा। तीसरा ये है कि पुलिस के अंदर जो महकमों में सुनवाई नहीं हो रही। तो अब हम बातचीत करेंगे। हमारे साथ हैं चौधरी नासिर हबीब एडवोकेट साहब जो कि वकला रेस्क्यू ग्रुप के लीडर हैं और वकला को जो वो रेस्क्यू करते हैं। इनसे कई दफ़ा सवाल पूछा है कि जो साइल आते हैं, जो साइल परेशान हैं, उनके लिए आपने कौन-सा कोई ऐसा मैकेनिज़्म बनाया है कि उनको सस्ता और जो जल्दी इंसाफ़ मिल जाए? जी सर, आप इस केस के बारे में क्या बताएँगे? और ये केस आपके पास आया है, आप इसको अब किस तरह टेकअप करेंगे? बिस्मिल्लाहिर्रहमानिर्रहीम। हम 21-22 साल हो गए हमें प्रैक्टिस करते, फौजदारी दीवानी सारी प्रैक्टिस कर रहे हैं। लेकिन हम जितनी भी हमारी प्रैक्टिस है उसमें हमने ये देखा है कि जो पुलिस का तफ्तीश का जो तरीक़ाकार है वो उसमें कोई मैकेनिज़्म नहीं है, कोई उसमें कोई एडवांस जो टेक्नोलॉजी है जैसे दूसरे मुल्कों में तफ्तीश होती है, कोई उसका कोई सर पैर नहीं है। और जो निक्का थानेदार जो भी कर देता है वो उसी को आमीन कहते हैं, एसपी साहिबान उसी को आमीन कहता है, सीपीओ उसी को, जितने भी एसएसपी ऑपरेशन सब जो हैं वो उस निक्के थानेदार के मोहताज हैं। हत्ता कि हमारे बड़े ही शर्म की बात है कि हमारी जुडिशरी भी उस निक्के थानेदार की मोहताज है। जो उसने ज़िम्नियों में लिख दिया वही सुप्रीम कोर्ट तक वही चलता है। ये गला जालिम का था या मजलूम की गर्दन, गला जालिम का था या मजलूम की गर्दन, जो ना जान पाए ऐसी तलवार भी बदलो। जब तक न बदलोगे ये बोसीदा निज़ाम, जब तक न बदलोगे ये बोसीदा निज़ाम, कुछ भी न बदल पाएगा 100 बार भी बदलो। हमें हक रसी करनी है साइलीन की, हमें इंसाफ मुहैया करना है साइलीन को। हमें सिर्फ अपनी ये ब्यूरोक्रेसी को, सिर्फ अपनी ये सीट्स, ये अपने ओहदे नहीं बचाने, हम खुदा के भी जवाबदेह हैं। अगर हम अपनी हायर अथॉरिटीज़ के जवाबदेह हैं
ہمارا المیہ یہ ہے کہ ہم مکینیکل جسٹس، مکینیکل انصاف فراہم کرتے ہیں۔ یقین کریں ایسے ایسے کیس دیکھے ہیں اور رپورٹ بھی ہوئے ہیں، آپ خبروں میں ٹی وی چینلز پہ دیکھتے ہوں گے کہ ایک بندہ جس کی جو باعزت بری ہو رہا ہے، پتہ چلتا ہے کہ اس کو پچھلے ہی ماہ پھانسی دے دی گئی اور اس کو وہ عدالت سپریم کورٹ یا ہائی کورٹ اس کو بری کر رہی ہے باعث۔ یہ المیہ ہے ہمارے انویسٹیگیشن کا، اس کا جو سارا جو برڈن آف پروف آتا ہے، جو سارا ذمہ داری آتی ہے، وہ انویسٹیگیشن کی آتی ہے۔ ہمارے انویسٹیگیشن کا کوئی طریقہ کار صحیح نہیں۔ اب اس بی بی کا جو کیس ہے اس میں آپ دیکھیں کہ ایک تھانے دار ہے، وہ اگر کچھ کرتا ہے کرے، اس بی بی نے درخواست بھی دی کہ میری جو انویسٹیگیشن ہے وہ ایس پی لیول پہ لے آئی جائے، اس پہ کوئی اثر نہیں ہوا۔ اس کے پاس بیچاری کے پاس یہ سلپیں سی دے دیتے ہیں، رسیدیں، جو ہمیں ایک فارمیلٹی ہوتے ہیں، دھکے ہیں سائلوں کو، عوام خوار ہو رہی ہے۔ سی پی او صاحب سے ملنے جا کے وہاں پہ ان کے وہ ختم ہی نہیں ہوتے، وہ اپنے ایٹیکیٹ سے ان کے چل رہے ہیں، وہ اپنا روٹین چل رہی ہے۔ کسی سے آپ ملیں، کسی بھی ہائی اپ سے چلے جائیں، بیچارے سائلین خوار ہوتے ہیں، یہ پرچیاں سی لے کے چلے جاتے ہیں، آگے پھر جا کے آپ نے جھولی میں کس کے گرنا ہے، پھر وہ نکے تھانے دار کے۔ ہمارے معاشرے میں میرا خیال ہے کہ 90% تو سارے جو فساد ہیں، جو بگاڑ ہے، جو ظلم ہے، وہ تو نکا تھانے دار ہی کر رہا ہے۔ اب اگر ایک انویسٹیگیشن آفیسر انکوائری یا تفتیش اچھی نہیں کرتا تو وہ کیس کا بیڑا غرق ہو جاتا ہے۔ اب یہ دیکھیں اس نے جو پہلے 690/23 تھانہ روشن والا فیصل آباد، یہ وقوع ہے جب اس کا بیٹا گم ہوتا ہے، اغوا ہوتا ہے، وہ 30 جولائی 2023 کو۔ اس کے بعد اس کی رپورٹ جو درج ہوتی ہے وہ 2 اگست 2023 کو ہو جاتی ہے۔ اب وہ جب یہ بی بی پریکاشنری میئر لے رہی تھی، اس کے اغوا کی بات کر رہی تھی، اگر اسی پہ ہی عمل درآمد ہو جاتا تو کم از کم اس کی ڈیتھ نہ ہوتی، اس کو مرڈر نہ کیا جاتا، اگر انیشیٹو پہلے ہی لے لیتی یہ پولیس جو ہے وہ کوئی کام نہیں کر رہی، صرف ایمی ایک تماشا ہے، وہ مطلب کچھ بھی نہیں کر رہی۔ اگر یہ ریپڈلی موقع پہ جب سائلین درخواست لے کے آتے ہیں اسی پہ ریپڈ ایکشن ہو جائے تو میرا خیال ہے کہ 50% وقوع جات جو ہیں وہ رک سکتے ہیں، اور وقوع ہوتے اسی لیے ہیں کیونکہ یہ ان کو درخواست دینا یا ردی کی ٹوکری میں پھینکنا ایک برابر ہوتا ہے۔ اب یہاں پہ یہ 690/23 جو ہے 365 کے جرم میں پی پی سی اغوا کا جو مقدمہ درج ہو جاتا ہے اس پہ کوئی ایکشن نہیں ہوتا۔ بعد میں پھر یہ کتنے دنوں بعد جب یہ بیچاری روتی ہے، دیکھتی ہے، پھر اس کے اپنے جو پالتو کتے تھے ان کو جب چھوڑتی ہے تو وہ کتے جو ہیں وہ لاش تک پہنچ جاتے ہیں۔ پولیس نے کیا ڈھونڈا، پولیس نے کیا انویسٹیگیشن کی؟ اب وہ جو واچ ڈاگ ہیں، جو ان کے پالتو کتے تھے، وہ اس ڈیڈ باڈی تک لے جاتے ہیں، پھر پولیس سامنے آ جاتی ہے کہ جی ہم نے کیا۔ انہوں نے تو وہ لاش برآمد ہی نہیں کی، لاش تو پھر اس بچے کے جو ان گھر کے جو کتے تھے پالتو انہوں نے ڈھونڈی۔ پولیس نے کیا وہ پولیس سے بہتر تو پرفارمنس ان کتوں کی ہے۔ اب وہ لاش مل جاتی ہے، اب بیچاری وہ لاش لے کے، وہ بڑی مشکل سے لاش لے کے، لاش بھی مسخ شدہ، اس کو بالکل ٹکڑوں میں بانٹا ہوا لاش کو وہ بڑی مشکل سے، وہ درزی کی جو سٹچنگ تھی اس سے، اس کے لیبل سے، جو درزی کا لیبل تھا اس سے وہ لاش پہچانی جاتی ہے۔ اس کے بعد انویسٹیگیشن جو آتی ہے تو انویسٹیگیشن میں کیا ہو رہا ہے؟ اب انویسٹیگیشن میں ایک وہی پرانا میکانزم، وہی پرانا نکاح تھانے دار، وہ نہ کچھ کر رہا ہے۔ اب دیکھیں اگست کا یہ وقوع جولائی کا ہے اور آج ہم کھڑے ہیں فیبرری میں، اتنے مہینوں سے ایک مرڈر کا کیس ہے، ایک اغوا اور قتل کا کیس ہے، اس میں پولیس کی پرفارمنس دیکھیں، یہ رونے کا مقام ہے۔ یہ آئی جی صاحبان، یہ ہماری چیف جسٹس آف پاکستان اور یہ چیف جسٹس لاہور ہائی کورٹ، یہ سارے جو بھی ان میں ارباب اختیار ہیں، سی ایم صاحب ہیں، پی ایم صاحب ہیں، گورنر صاحب، جو بھی ارباب اختیار ہیں، وہ دیکھیں، سوچیں کہ یہ ہم نے پولیس کا محکمہ اس لیے بنایا ہے کہ جرم ہے جو اس کی افزائش ہو اور تفتیش اس طرح بھیانک طریقے سے ہو کہ وہ بیچاری تفتیش کروانے جاتی ہے، اس کے ساتھ جو ہمرائی جو اس کی مدد کے لیے جاتے ہیں ان پہ مختلف قسم کی درخواستیں آ جاتی ہیں۔ یعنی ہم ملزموں کو کوآرڈینیٹ کرنے کے لیے پولیس محکمہ قائم کیا ہوا، اور جتنے بندے اس کے ساتھ گئے ہیں ان پہ مختلف قسم کی رپورٹس بن جاتی ہیں، اپلیکیشنز آ جاتی ہیں، کسی کو چوری کے مقدمے یا کسی کو اس طرح کے مختلف قسم کے تھریٹس میں ڈال دیا جاتا ہے، وہ بھی پھر اکیلی رہ جاتی ہے۔
اور یہ ایک لے مین عورت ہے، یہ کیسے کرے گی؟ اب یقین کریں کہ اللہ معاف کرے جو یہاں پہ عالم ہے، تو اس پہ تو بس اللہ سے ہی دعا کی جا سکتی ہے، انصاف ان اداروں نے تو نہیں دینا، اللہ سے انصاف کی دعا کی جا سکتی ہے۔ ہم نے وکلا ریسکیو گروپ بنایا، ہم نے وکیلوں کے لیے بنایا تھا، لیکن اتنے سارے میٹرز آتے ہیں جو سائلین کے ہیں، جیسے میڈم نے بات کی کہ آپ سائلین کے لیے پھر ریسکیو کیا کرو گے؟ ہماری الحمدللہ جو ہے، میں پریزیڈنٹ ہوں فیصل آباد پیٹ کا، لائرز فورم کا، اس میں پوری ڈویژن کی ذمہ داری میرے پاس ہے۔ ہمارے پاس بہت سارے ایسے کیسز ہیں، جماعت کی طرف سے بھی آتے ہیں، ویسے بھی آتے ہیں، ان کو ہم فری آف کاسٹ لڑتے ہیں۔ اس سے پہلے ہم نے کئی جعلی پولیس مقابلے جو لوگوں کو بچے مار دیے، اور ہم نے کئی فری لڑے اور فری کنٹیسٹ کیے، اور ہم نے ان کو انصاف بھی دلایا۔ اب یہ صورتحال ہے کہ ان کا کیس بھی یہ اسی پیٹرن پہ چلے گا، کیونکہ یہ بھی نیڈی ون ہے۔ تو ان شاء اللہ تعالیٰ وکلا کی پوری جو ٹیم ہے ہماری، جو وہ ان شاء اللہ تعالیٰ ان کے ساتھ حاضر رہے گی۔ اور اب اس کا میرا اس چینل کے توسط سے، ارباب اختیار سے یہ استدعا ہے کہ اس کی جو انویسٹیگیشن ہے وہ کم از کم آر آئی بی میں لگا دیں، آر آئی بی میں کسی بھی ایماندار آفیسر کے پاس لگا دیں، تاکہ اس کا جو ہے یہ کیس کنکلیوڈ ہو سکے اور یہ مقدمہ جو ہے اپنے انجام کو پہنچے، اور جو ملزمان ہیں جس میں جیسے انہوں نے بتایا ہے ان کی گرفتاری بھی نہیں ہو رہی، فرید عرف بگا ہے، طیب عرف جوگی ہے، گلو اور ولد فرید ہے، ان کو پکڑا جا سکے اور ان کو قرار واقعی سزا دلائی جا سکے۔ جی، یہ تھے ایڈوکیٹ ناصر حبیب صاحب، جنہوں نے تفصیلاً بات کی ہے۔ بات اصل میں یہی ہے اینڈ آف دی ڈے کہ اگر پولیس کا محکمہ بروقت کارروائی کرے تو اس طرح کی جو دکھیاری ماں ہے وہ اپنی جوان بیٹی کو لے کر مختلف اداروں میں، مختلف دفتروں میں خجل خوار نہ ہو، اور ان کو بروقت اگر انصاف ملے تو آج کسی کا جوان بیٹا اس طرح ٹکڑے ٹکڑے ہو کے نہ ملے، تو یہ ہمارے لیے ایک المیہ ہے کہ جو ہم انصاف لیتے لیتے اپنے باقی گھر والوں کو بھی کسی نہ کسی مشکل میں ڈال دیتے ہیں۔ یہ اب اس چینل کے تھرو ہم لوگ استدعائی کر سکتے ہیں حکام بالا سے کہ ان چیزوں کو، انصاف کے جو میکنزم کو، اس کو تبدیل کیا جائے۔ اس کے ساتھ ہی نسرین بخاری کو اعتبار نے سے اجازت دی ہے۔ بہت بہت شکریہ۔